ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਵਨ ਲਾਈਨਰ ਡਿਸਕਸ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ CDP ਵਨ ਲਾਈਨਰ ਦੀਆਂ 2 ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਵਨ ਲਾਈਨਰ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਟੋਟਲ 25 ਵਨ ਲਾਈਨਰ ਡਿਸਕਸ ਕਰਾਂਗੇ ਅਤੇ 25 ਵਨ ਲਾਈਨਰ ਦੇ ਨਾਲ ਨਾਲ ਆਪਾਂ ਉਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਫੈਕਟ ਨੇ ਉਹ ਵੀ ਆਪਾਂ ਕਲੀਅਰ ਕਰਾਂਗੇ। ਤਾਂ ਜੇ ਆਪਾਂ ਮੰਨ ਕੇ ਚੱਲੀਏ ਤਾਂ ਤੁਹਾਡੇ 50 ਦੇ ਨੀਅਰ ਅਬਾਊਟ ਆਪਾਂ ਵਨ ਲਾਈਨਰ ਡਿਸਕਸ ਕਰ ਲੈਂਦੇ ਹਾਂ। ਤਾਂ ਤੁਹਾਡੀਆਂ 3 ਕਲਾਸਿਸ ਅਪਲੋਡ ਹੋਇਆ ਕਰਨਗੀਆਂ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ, ਠੀਕ ਹੈ ਜੀ। ਤਾਂ ਟੈਟ ਦੇ ਪੇਪਰ ਤੱਕ ਤੁਹਾਡੀਆਂ 8 ਕਲਾਸਿਸ ਬਣਦੀਆਂ ਨੇ। ਤਾਂ 300 ਦੇ ਨੀਅਰ ਅਬਾਊਟ ਆਪਾਂ ਵਨ ਲਾਈਨਰ ਡਿਸਕਸ ਕਰ ਲਾਂਗੇ ਅਤੇ ਤੁਹਾਡਾ ਪੇਪਰ ਵਧੀਆ ਤਰੀਕੇ ਨਾਲ ਹੋਵੇਗਾ ਜੇਕਰ ਤੁਸੀਂ ਆਪਣੀਆਂ ਕਲਾਸਿਸ ਅਟੈਂਡ ਕਰਦੇ ਹੋ, ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਣਾ CDP ਦਾ ਸੈਸ਼ਨ ਇੱਕ ਅਪਲੋਡਡ ਹੈ ਆਲਰੇਡੀ, ਜਿਹਦੇ ਵਿੱਚ ਆਪਾਂ MCQ ਦੀ ਫਾਰਮ ਦੇ ਵਿੱਚ CDP ਕਵਰ ਕੀਤੀ ਹੈ, ਉਹ ਵੀ ਤੁਸੀਂ ਜ਼ਰੂਰ ਲਗਾਇਓ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਅੱਜ ਦੀ ਪਹਿਲੀ ਸਲਾਈਡ ਤੋਂ ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਪ੍ਰਾਈਵੇਟ ਸਪੀਚ ਅਤੇ ਸੋਸ਼ਲ ਸਪੀਚ, ਠੀਕ ਹੈ ਜੀ। ਇਹ ਮੈਂ ਜਿਹੜਾ ਆਪਣਾ ਪਿਛਲਾ ਸੈਸ਼ਨ ਹੋਇਆ ਉਹਦੇ ਵਿੱਚ ਮੈਂ ਇਹ ਤੁਹਾਨੂੰ ਅਟੈਂਪਟ ਕਰਵਾਇਆ ਸੀ, ਤਾਂ ਇਹ ਆਪਣਾ ਗਲਤ ਹੋ ਗਿਆ ਸੀ। ਉਹਦੇ ਵਿੱਚ ਮੈਂ ਜੀਨ ਪਿਆਜ਼ੇ ਲਿਖਤਾ ਸੀ, ਠੀਕ ਹੈ ਜੀ। ਜੀਨ ਪਿਆਜ਼ੇ ਗਲਤ ਹੈ, ਤਾਂ ਜੀਨ ਇਹ ਤੁਸੀਂ ਸਹੀ ਕਰ ਲਿਓ। ਤਾਂ ਇੱਕ ਬੱਚੇ ਨੇ ਮੈਨੂੰ ਇਹ ਰਿਕਮੈਂਡ ਕੀਤਾ ਸੀ, ਤਾਂ ਮੈਨੂੰ ਵੈਸੇ ਵਧੀਆ ਲੱਗਿਆ ਕਿਉਂਕਿ ਇੱਥੋਂ ਪਤਾ ਲੱਗਦਾ ਕਿ ਤੁਸੀਂ ਧਿਆਨ ਨਾਲ ਮੇਰੀ ਕਲਾਸ ਨੂੰ ਦੇਖਦੇ ਹੋ, ਠੀਕ ਹੈ ਜੀ। ਤਾਂ ਜੇਕਰ ਕੋਈ ਵੀ ਆਪਣੇ ਤੋਂ ਗਲਤੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਆ ਕਰੋ, ਠੀਕ ਹੈ ਜੀ, ਕਿਉਂਕਿ ਇਨਸਾਨ ਤੋਂ ਹੀ ਗਲਤੀ ਹੁੰਦੀ ਹੈ। ਇਹ ਨਹੀਂ ਕਿ ਮੈਂ ਇੱਕ ਟੀਚਰ ਹਾਂ ਕਿ ਮੈਥੋਂ ਗਲਤੀ ਨਹੀਂ ਹੋ ਸਕਦੀ, ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ, ਠੀਕ ਹੈ ਜੀ। ਤਾਂ ਕਿਉਂਕਿ ਮਿਸ ਟਾਈਪ ਹੋ ਜਾਂਦਾ, ਕਈ ਵਾਰੀ ਆਪਾਂ ਟਾਈਪਿੰਗ ਕਰਦੇ ਕਰਦੇ ਗਲਤੀ ਹੋ ਜਾਂਦੀ ਹੈ। ਤਾਂ ਜਿਹੜਾ ਆਪਣਾ ਸਪੈਲ ਚੈੱਕਰ ਹੁੰਦਾ ਉਹ ਸੇਮ ਹੀ ਮਤਲਬ ਸਪੈਲਿੰਗ ਉੱਥੇ ਰੱਖ ਦਿੰਦਾ, ਕਈ ਵਾਰੀ ਐਵੇਂ ਹੋ ਜਾਂਦਾ, ਗਲਤੀ ਹੋ ਜਾਂਦੀ ਹੈ। ਤਾਂ ਤੁਸੀਂ ਮੈਨੂੰ ਰਿਕਮੈਂਡ ਜ਼ਰੂਰ ਕਰਿਆ ਕਰੋ। ਤਾਂ ਉਹ ਬੱਚੇ ਨੇ ਮੈਨੂੰ ਰਿਕਮੈਂਡ ਕੀਤਾ ਅਤੇ ਉੱਥੋਂ ਮੈਂ ਇਹ ਚੀਜ਼ ਤੁਹਾਡੇ ਅੱਗੇ ਸਹੀ ਕਰਕੇ ਲੈ ਕੇ ਆਇਆ, ਠੀਕ ਹੈ ਜੀ। ਤਾਂ ਇਹ ਵਾਈਗੋਸਕੀ ਨੇ ਕਿਹਾ, ਠੀਕ ਹੈ ਜੀ। ਤਾਂ ਪ੍ਰਾਈਵੇਟ ਸਪੀਚ ਅਤੇ ਸੋਸ਼ਲ ਸਪੀਚ ਇਹਦੀ ਗੱਲ ਕਿਹਨੇ ਕੀਤੀ ਹੈ? ਵਾਈਗੋਸਕੀ ਨੇ ਕੀਤੀ ਹੈ। ਤੁਸੀਂ ਸਹੀ ਕਰ ਲਿਓ ਪਲੀਜ਼, ਠੀਕ ਹੈ। ਤਾਂ ਕਿ ਕਿਸੇ ਦਾ ਤੁਹਾਡਾ ਲੋਸ ਨਾ ਹੋ ਸਕੇ, ਠੀਕ ਹੈ ਜੀ, ਕਿਉਂਕਿ ਇੱਕ ਇੱਕ ਨੰਬਰ ਆਪਣੇ ਲਈ ਸਹਾਈ ਹੈ PS ਟੈਟ ਦੇ ਪੇਪਰ ਦੇ ਵਿੱਚ। ਤਾਂ ਸਮਾਜਿਕ, ਜਿੱਥੇ ਸਮਾਜ ਦੀ ਗੱਲ ਆ ਗਈ ਤਾਂ ਉੱਥੇ ਵਾਈਗੋਸਕੀ ਹੀ ਆਵੇਗਾ, ਠੀਕ ਹੈ। ਤੁਸੀਂ ਯਾਦ ਰੱਖਿਓ 99% ਜਿਹੜੇ ਚਾਂਸ ਬਣਦੇ ਨੇ ਉਹ ਵਾਈਗੋਸਕੀ ਦੇ ਹੀ ਬਣਦੇ ਨੇ, ਠੀਕ ਹੈ। ਤੁਸੀਂ ਯਾਦ ਰੱਖਣਾ। ਤਾਂ ਜਿੱਥੇ ਸਮਾਜ ਆ ਗਿਆ, ਤਾਂ ਪ੍ਰਾਈਵੇਟ ਸਪੀਚ ਅਤੇ ਸੋਸ਼ਲ ਸਪੀਚ ਇਹਦੀ ਗੱਲ ਕਿਹਨੇ ਕੀਤੀ ਸੀ? ਵਾਈਗੋਸਕੀ ਨੇ ਕੀਤੀ ਸੀ, ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਡਿਸਕਵਰੀ ਥਿਊਰੀ ਆਫ ਲਰਨਿੰਗ, ਸਿੱਖਣ ਦਾ ਖੋਜ ਪੱਖੀ ਸਿਧਾਂਤ। ਤਾਂ ਸਿੱਖਣ ਦਾ ਖੋਜ ਪੱਖੀ ਸਿਧਾਂਤ ਮਤਲਬ ਜੇ ਤੁਸੀਂ ਸਿੱਖਣਾ ਹੈ ਤਾਂ ਤੁਹਾਨੂੰ ਖੋਜ ਕਰਨੀ ਚਾਹੀਦੀ ਹੈ, ਠੀਕ ਹੈ ਜੀ। ਤੁਹਾਨੂੰ ਡਿਸਕਵਰੀ ਕਰਨੀ ਚਾਹੀਦੀ ਹੈ, ਤਾਂ ਤੁਹਾਨੂੰ ਕ੍ਰੀਏਟਿਵ ਹੋਣਾ ਚਾਹੀਦਾ। ਤਾਂ ਇਹਦੀ ਗੱਲ ਕਿਹਨੇ ਕੀਤੀ ਸੀ? ਇਹ ਕੀਤੀ ਸੀ ਬਰੂਨਰ ਨੇ, ਠੀਕ ਹੈ ਜੀ। ਬਰੂਨਰ ਨੇ ਇਹ ਗੱਲ ਕੀਤੀ ਸੀ ਡਿਸਕਵਰੀ ਥਿਊਰੀ ਆਫ ਲਰਨਿੰਗ ਦੀ ਗੱਲ, ਠੀਕ ਹੈ। ਤੁਹਾਨੂੰ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ, ਤਾਂ ਇਹ ਸਾਰੇ ਤੁਸੀਂ ਪੁਆਇੰਟ ਨੋਟ ਕਰ ਲਿਓ। ਤਾਂ ਹੋ ਸਕਦਾ ਤੁਹਾਡਾ ਪੇਪਰ ਈਜ਼ੀ ਆਵੇ, ਹੋ ਸਕਦਾ ਮੋਡਰੇਟ ਆਵੇ, ਇਹ ਆਪਾਂ ਕਹਿ ਨਹੀਂ ਸਕਦੇ, ਸ਼ੋਰ ਨਹੀਂ ਹੈਗੇ ਇਹ ਗੱਲ ਦੇ ਲਈ, ਠੀਕ ਹੈ। ਤਾਂ ਕਿਵੇਂ ਵੀ ਆਵੇ, ਤਾਂ ਜੇਕਰ ਤੁਸੀਂ ਆਪਣੀਆਂ ਕਲਾਸਿਸ ਅਟੈਂਡ ਕਰਦੇ ਹੋ ਤੁਸੀਂ ਸੇਫ ਰਹੋਗੇ, ਤੁਹਾਡਾ ਬਹੁਤ ਹੱਦ ਤੱਕ ਚਾਂਸ ਬਣ ਜਾਣਗੇ CDP ਕਲੀਅਰ ਕਰਨ ਦੇ, ਠੀਕ ਹੈ ਜੀ। ਤਾਂ ਇਹ ਆਪਾਂ ਤੁਹਾਡੀ ਗਰੰਟੀ ਲੈ ਸਕਦੇ ਹਾਂ, ਕਿਉਂਕਿ ਆਪਾਂ ਜੋ ਵੀ ਕੰਟੈਂਟ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਉਹ ਤੁਹਾਡਾ ਫਾਇਦਾ ਹੀ ਕਰੂਗਾ, ਠੀਕ ਹੈ। ਤੁਹਾਡਾ ਟਾਈਮ ਵੇਸਟ ਨਹੀਂ ਆਪਾਂ ਕਰਵਾਵਾਂਗੇ ਕਦੇ ਵੀ। ਦਾ ਪ੍ਰੋਸੈਸ ਆਫ ਐਜੂਕੇਸ਼ਨ ਬੁੱਕ, ਠੀਕ ਹੈ ਜੀ। ਤਾਂ ਇਹ ਇੱਕ ਕਿਤਾਬ ਹੈਗੀ, ਇਹ ਕਿਤਾਬ ਦਾ ਕੀ ਨਾਂ ਹੈ? ਦੀ ਪ੍ਰੋਸੈਸ ਆਫ ਐਜੂਕੇਸ਼ਨ, ਠੀਕ ਹੈ ਜੀ। ਦੀ ਪ੍ਰੋਸੈਸ ਆਫ ਐਜੂਕੇਸ਼ਨ, ਇਹ ਕਿਹਦੀ ਬੁੱਕ ਹੈ? ਇਹ ਬਰੂਨਰ ਦੀ ਬੁੱਕ ਹੈ, ਇਹ ਤੁਸੀਂ ਯਾਦ ਰੱਖਣਾ। ਬਰੂਨਰ ਦੀ ਇਹ ਲਿਖੀ ਹੋਈ ਕਿਤਾਬ ਹੈ ਦੀ ਪ੍ਰੋਸੈਸ ਆਫ ਐਜੂਕੇਸ਼ਨ। ਬੁੱਕਸ ਜਾਂ ਸਟੇਟਮੈਂਟਸ, ਠੀਕ ਹੈ ਜੀ, ਜਿੰਨੀਆਂ ਵੀ ਮਤਲਬ ਟਰਮੀਓਲੋਜੀ ਨੇ, ਸਟੇਟਮੈਂਟਸ ਨੇ, ਜੋ ਵੀ ਤੁਹਾਨੂੰ ਆਉਣਗੀਆਂ ਉਹ ਆਪਾਂ ਸਾਰੀਆਂ ਤੁਹਾਡੇ ਅੱਗੇ ਲੈ ਕੇ ਆਵਾਂਗੇ। ਇੱਕ ਵੀ ਤੁਹਾਡਾ ਫੈਕਟ ਆਪਾਂ ਮਿਸ ਨਹੀਂ ਹੋਣ ਦਿੰਦੇ ਜਿੱਥੋਂ ਕੁਐਸਚਨ ਬਣਦਾ। ਫਾਦਰ ਆਫ ਕੋਗਨੇਟਿਵ ਸਾਈਕੋਲੋਜੀ, ਠੀਕ ਹੈ ਜੀ। ਇਹ ਬਹੁਤ ਇੱਕ ਮਤਲਬ ਉਲਝਾਉਣ ਵਾਲਾ ਪੁਆਇੰਟ ਹੈ, ਠੀਕ ਹੈ ਜੀ। ਕੋਗਨੇਟਿਵ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਡੇ ਮਾਈਂਡ ਦੇ ਵਿੱਚ ਕੌਣ ਆਊਗਾ? ਜੀਨ ਪਿਆਜ਼ੇ ਆਊਗਾ, ਠੀਕ ਹੈ ਜੀ। ਕੋਗਨੇਟਿਵ, ਕਿਉਂਕਿ ਆਪਾਂ ਕੋਗਨੇਟਿਵ ਉਹਦੇ ਨਾਲ ਹੀ, ਜੀਨ ਪਿਆਜ਼ੇ ਦੇ ਨਾਲ ਹੀ ਰਿਲੇਟਡ ਕਰਕੇ ਪੜ੍ਹਦੇ ਹਾਂ ਇਹਨੂੰ। ਬਟ ਜਦੋਂ ਤੁਹਾਨੂੰ ਕੋਗਨੇਟਿਵ ਸਾਈਕੋਲੋਜੀ ਆਊਗਾ ਤਾਂ ਇਹਦਾ ਮਤਲਬ ਬੌਧਿਕ ਮਨੋਵਿਗਿਆਨ ਦਾ ਪਿਤਾ, ਜਿਹਨੂੰ ਆਪਾਂ ਕਹਿੰਦੇ ਹਾਂ ਬੌਧਿਕ ਮਨੋਵਿਗਿਆਨ ਦਾ ਜਿਹੜਾ ਪਿਤਾ ਹੈ ਉਹ ਹੈ ਨੀਜ਼ਰ, ਠੀਕ ਹੈ ਜੀ। ਨੀਜ਼ਰ ਨੂੰ ਕਿਹਾ ਜਾਂਦਾ ਬੌਧਿਕ ਮਨੋਵਿਗਿਆਨ ਦਾ ਪਿਤਾ। ਬਟ ਜੇ ਇੱਥੇ ਆਵੇ
ਕੋਗਨੀਟਿਵ ਡਿਵੈਲਪਮੈਂਟ ਤਾਂ ਫਿਰ ਆਪਣਾ ਜੀਨ ਪਿਆਜ਼ੇ ਆਊਗਾ, ਠੀਕ ਹੈ ਜੀ। ਤਾਂ ਕੋਗਨੀਟਿਵ ਸ਼ਬਦ ਨੂੰ ਪੜ੍ਹ ਕੇ ਤੁਸੀਂ ਜੀਨ ਪਿਆਜ਼ੇ ਦੇ ਲਈ ਕਨਫਿਊਜ਼ ਨਾ ਹੋਇਓ, ਕਿਉਂਕਿ ਉਹ ਆਪਸ਼ਨ ਦੇ ਵਿੱਚ ਵੀ ਤੁਹਾਨੂੰ ਜੀਨ ਪਿਆਜ਼ੇ ਦੇਣਗੇ। ਜਦੋਂ ਉਹ ਕੋਗਨੀਟਿਵ ਵਰਡ ਦੇਣਗੇ ਤਾਂ ਆਪਸ਼ਨ ਦੇ ਵਿੱਚ ਵੀ ਤੁਹਾਨੂੰ ਜੀਨ ਪਿਆਜ਼ੇ ਹੀ ਦਿਖੂਗਾ, ਤਾਂ ਉੱਥੇ ਤੁਸੀਂ ਕਨਫਿਊਜ਼ ਹੋ ਸਕਦੇ ਹੋ। ਤਾਂ ਕਨਫਿਊਜ਼ ਨਾ ਹੋਇਓ। ਕੋਗਨੀਟਿਵ ਸਾਈਕੋਲੋਜੀ ਜਦੋਂ ਤੁਹਾਨੂੰ ਹੋਊਗਾ ਤਾਂ ਇਹ ਨੀਜ਼ਰ ਦਾ ਦਿੱਤਾ ਹੋਇਆ ਮਤਲਬ ਆਪਾਂ ਨੂੰ ਥਿਊਰੀ ਹੈ, ਫਾਦਰ ਆਫ ਕੋਗਨੀਟਿਵ ਸਾਈਕੋਲੋਜੀ, ਤਾਂ ਇਹਨੂੰ ਫਾਦਰ ਕਿਹਾ ਜਾਂਦਾ ਹੈ ਕੋਗਨੀਟਿਵ ਸਾਈਕੋਲੋਜੀ ਦਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਸਕੈਫੋਲਡਿੰਗ ਵਰਡ ਗਿਵਨ ਬਾਏ। ਤਾਂ ਸਕੈਫੋਲਡਿੰਗ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਸਕੈਫੋਲਡਿੰਗ ਕਿਹਾ ਜਾਂਦਾ ਟੈਂਪਰੇਰੀ ਹੈਲਪ ਨੂੰ, ਠੀਕ ਹੈ ਜੀ। ਜਦੋਂ ਮੰਨ ਲਓ ਆਪਾਂ ਬੱਚੇ ਨੂੰ ਆਪਾਂ ਕੋਈ ਵੀ ਚੀਜ਼ ਆਪਾਂ ਸਿਖਾਉਣੀ ਹੈ, ਮੰਨ ਲਓ ਸਾਈਕਲ ਸਿਖਾਉਣਾ, ਠੀਕ ਹੈ ਜੀ, ਤਾਂ ਜਿੰਨਾ ਟਾਈਮ ਆਪਾਂ ਉਹਦੀ ਹੈਲਪ ਕਰਾਂਗੇ, ਆਪਾਂ ਉਹਨੂੰ ਚੜ੍ਹਨ ਦੇ ਵਿੱਚ, ਸਾਈਕਲ 'ਤੇ ਚੜ੍ਹਾਉਣ ਦੇ ਲਈ ਆਪਾਂ ਉਹਨੂੰ ਹੈਲਪ ਕਰਾਂਗੇ, ਜਦੋਂ ਚਲਾਉਣਾ ਸਿੱਖ ਗਿਆ ਤਾਂ ਉਦੋਂ ਤੱਕ ਜਿਹੜੀ ਆਪਾਂ ਉਹਨੂੰ ਹੈਲਪ ਦੇਵਾਂਗੇ ਉਹਨੂੰ ਸਕੈਫੋਲਡਿੰਗ ਕਿਹਾ ਜਾਂਦਾ ਹੈ। ਤਾਂ ਸਕੈਫੋਲਡਿੰਗ ਦਾ ਆਪਾਂ ਨੂੰ ਕਨਸੈਪਟ ਕਿਹਨੇ ਦਿੱਤਾ ਸੀ? ਤਾਂ ਇਹ ਬਰੂਨਰ ਨੇ ਦਿੱਤਾ ਸੀ, ਅਤੇ ਪਹਿਲੀ ਵਾਰ ਯੂਜ਼ ਵੀ ਬਰੂਨਰ ਨੇ ਹੀ ਕਰਿਆ ਸੀ ਸਕੈਫੋਲਡਿੰਗ ਜਿਹੜਾ ਵਰਡ ਹੈ। ਅਤੇ ਸਕੈਫੋਲਡਿੰਗ ਦੇ ਨਾਲ ਜਿੰਨੇ ਵੀ ਪੁਆਇੰਟ ਨੇ, ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਕਹਿ ਕੇ ਗਿਆ ਕਿ ਇਹ ਨਹੀਂ ਕਿ ਆਪਾਂ ਸਿਰਫ 25 ਆਪਾਂ ਵਨ ਲਾਈਨਰ ਅਟੈਂਪਟ ਕਰਨੇ ਨੇ, ਜਿੰਨੇ ਵੀ ਉਹਦੇ ਨਾਲ ਰਿਲੇਟਡ ਫੈਕਟ ਹੋਣਗੇ ਉਹ ਵੀ ਮੈਂ ਤੁਹਾਡੇ ਨਾਲ ਕਲੀਅਰ ਕਰਵਾਉਣੇ ਨੇ, ਠੀਕ ਹੈ ਜੀ। ਨੀਅਰ ਅਬਾਊਟ ਆਪਾਂ 300 ਤੋਂ 400 ਦਾ ਟਾਰਗੇਟ ਰੱਖਾਂਗੇ। ਵੈਸੇ ਵਨ ਲਾਈਨਰ ਤੁਹਾਡਾ 200 ਹੀ ਬਣਦਾ ਜੇ ਆਪਾਂ 8 ਕਲਾਸਾਂ ਲਗਾ ਕੇ ਚੱਲੀਏ, ਤਾਂ ਨਾਲ ਆਪਾਂ ਫੈਕਟ ਵੀ ਕਲੀਅਰ ਕਰਾਂਗੇ, ਜੋ ਵੀ ਤੁਹਾਡਾ ਇੰਪੋਰਟੈਂਟ ਪੁਆਇੰਟ ਹੈ ਉਹ ਵੀ ਕਲੀਅਰ ਕਰਾਂਗੇ, ਠੀਕ ਹੈ ਜੀ। ਤਾਂ ਆਪਾਂ 300 400 ਦੇ ਨੀਅਰ ਅਬਾਊਟ ਆਪਾਂ ਕਰ ਲਾਂਗੇ, ਤਾਂ ਤੁਸੀਂ ਮਤਲਬ ਸੇਫ ਰਹੋਗੇ PS ਟੈਟ ਦੇ ਪੇਪਰ ਦੇ ਵਿੱਚ। ਤਾਂ ਕਲਾਸਾਂ ਆਪਣੀਆਂ ਰੈਗੂਲਰ ਲਗਾਇਓ, ਇੱਕ ਵੀ ਕਲਾਸ ਨੂੰ ਮਿਸ ਨਾ ਕਰਿਓ। ਤਾਂ ਇਹ ਤਾਂ ਤੁਹਾਨੂੰ ਪਤਾ ਕਿ ਬਰੂਨਰ ਨੇ ਇਹ ਆਪਾਂ ਨੂੰ ਜਿਹੜੀ ਇਹ ਥਿਊਰੀ ਇਹ ਦਿੱਤੀ ਹੈ ਸਕੈਫੋਲਡਿੰਗ ਦੀ, ਅਤੇ ਪਹਿਲੀ ਵਾਰ ਯੂਜ਼ ਵੀ ਕਿਹਨੇ ਕੀਤਾ? ਬਰੂਨਰ ਨੇ ਹੀ ਕੀਤਾ। ਬਟ ਕਈ ਵਾਰੀ ਤੁਹਾਨੂੰ ਸਕੈਫੋਲਡਿੰਗ ਦੀ ਥਿਊਰੀ ਪੁੱਛਿਆ ਜਾਂਦਾ ਕਿ ਸਕੈਫੋਲਡਿੰਗ ਦੀ ਥਿਊਰੀ ਕਿਹਨੇ ਯੂਜ਼ ਕੀਤੀ ਹੈ? ਉਹ ਕੀਤੀ ਹੈ ਵਾਈਗੋਸਕੀ ਨੇ, ਠੀਕ ਹੈ ਜੀ। ਵਾਈਗੋਸਕੀ ਦੀ ਥਿਊਰੀ ਦੇ ਵਿੱਚ ਆਪਾਂ ਨੂੰ ਇਹ ਮਿਲ ਜਾਂਦਾ ਸਕੈਫੋਲਡਿੰਗ ਵਰਡ ਦੇਖਣ ਨੂੰ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਪੁਆਇੰਟ ਹੈ ਸਪਾਇਰਲ ਕਰੀਕਲਮ, ਠੀਕ ਹੈ ਜੀ। ਸਪਾਇਰਲ ਕਰੀਕਲਮ ਕੀ ਹੁੰਦਾ? ਚੱਕਰੀ, ਜਿਹੜਾ ਮੈਂ ਤੁਹਾਨੂੰ ਕੱਲ੍ਹ ਵੀ ਪੜ੍ਹਾ ਕੇ ਗਿਆ ਕਿ ਜਿਹੜੀ ਆਪਣੀ ਡਿਵੈਲਪਮੈਂਟ ਹੁੰਦੀ ਹੈ ਉਹ ਸਪਾਇਰਲ ਹੁੰਦੀ ਹੈ। ਸਪਾਇਰਲ ਮਤਲਬ ਇਸ ਤਰ੍ਹਾਂ, ਕਦੇ ਅਪਸ ਕਦੇ ਡਾਊਨਸ, ਕਦੇ ਅਪਸ ਕਦੇ ਡਾਊਨਸ, ਠੀਕ ਹੈ ਜੀ। ਤਾਂ ਜਿਹੜਾ ਇਹ ਸਪਾਇਰਲ ਵਰਡ ਹੈ ਇਹ ਆਪਾਂ ਡਿਵੈਲਪਮੈਂਟ ਦੇ ਕੰਸੈਪਟ ਦੇ ਵਿੱਚ ਵੀ ਯੂਜ਼ ਕੀਤਾ ਸੀ ਕਿ ਇੱਕ ਆਪਾਂ ਨੂੰ ਆਇਆ ਸੀ ਰੇਖਿਕ ਅਤੇ ਇੱਕ ਸਪਾਇਰਲ, ਠੀਕ ਹੈ ਜੀ। ਤਾਂ ਆਪਣਾ ਜਿਹੜੀ ਡਿਵੈਲਪਮੈਂਟ ਹੈ ਉਹ ਸਪਾਇਰਲ ਹੈਗੀ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਜਿਹੜਾ ਸਪਾਇਰਲ ਵਰਡ ਹੈ, ਮਤਲਬ ਸਪਾਇਰਲ ਕਰੀਕੁਲਮ ਦੀ ਗੱਲ ਕੀਤੀ ਹੈ, ਇਹ ਬਰੂਨਰ ਨੇ ਕੀਤੀ ਹੈ। ਕਰੀਕੁਲਮ ਕੀ ਹੁੰਦਾ? ਤੁਹਾਡਾ ਪਾਠਕ੍ਰਮ ਹੁੰਦਾ ਹੈ। ਤਾਂ ਬਰੂਨਰ ਕਹਿੰਦਾ ਵੀ ਜਿਹੜਾ ਇਹਨਾਂ ਦਾ ਪਾਠਕ੍ਰਮ ਹੋਣਾ ਚਾਹੀਦਾ ਬੱਚਿਆਂ ਦਾ, ਉਹ ਵੀ ਸਪਾਇਰਲ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਇੱਕ ਸੇਧ 'ਚ ਹੀ ਚੱਲੀ ਜਾਓ, ਠੀਕ ਹੈ ਜੀ। ਇਹ ਨਹੀਂ ਕਿ ਬੱਚੇ ਇੱਕੋ ਹੀ ਚੀਜ਼ਾਂ ਪੜ੍ਹਦੇ ਜਾਣ, ਠੀਕ ਹੈ। ਉਹਨਾਂ ਨੂੰ ਵੀ ਅਪਸ ਡਾਊਨਸ, ਮਤਲਬ ਸਟੱਡੀ ਦੇ ਵਿੱਚ ਵੀ ਤੁਹਾਡੇ ਕਰੀਕੁਲਮ ਦੇ ਵਿੱਚ ਵੀ ਇਹ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜੀ ਬੱਚੇ ਦੀ ਡਿਵੈਲਪਮੈਂਟ ਹੈ ਉਹ ਵਧੀਆ ਤਰੀਕੇ ਨਾਲ ਹੋ ਸਕੇ। ਤਾਂ ਜਿਹੜਾ ਕਰੀਕੁਲਮ ਹੈ ਉਹ ਵੀ ਤੁਹਾਡਾ ਸਪਾਇਰਲ ਹੋਣਾ ਚਾਹੀਦਾ। ਇਹ ਕਿਹਨੇ ਕਿਹਾ ਸੀ? ਇਹ ਗੱਲ ਕੀਤੀ ਸੀ ਬਰੂਨਰ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਪੁਆਇੰਟ ਹੈ ਲੈਂਗੁਏਜ ਐਂਡ ਥਾਊਟਸ ਆਰ ਇੰਟਰਡਿਪੈਂਡੈਂਟ, ਠੀਕ ਹੈ ਜੀ। ਲੈਂਗੁਏਜ ਐਂਡ ਥਾਊਟਸ ਆਰ ਇੰਟਰਡਿਪੈਂਡੈਂਟ, ਭਾਸ਼ਾ ਅਤੇ ਵਿਚਾਰ ਇੱਕ ਦੂਜੇ ਨਾਲ ਪਰਸਪਰ ਸੰਬੰਧਿਤ ਹਨ। ਇਹ ਗੱਲ ਕਿਹਨੇ ਕੀਤੀ ਸੀ? ਇਹ ਕੀਤੀ ਸੀ ਵਾਈਗੋਸਕੀ ਨੇ, ਠੀਕ ਹੈ ਜੀ। ਵਾਈਗੋਸਕੀ ਨੇ ਇਹ ਗੱਲ ਕੀਤੀ ਸੀ ਕਿ ਜਿਹੜੀ ਆਪਣੀ ਲੈਂਗੁਏਜ ਹੈ, ਆਪਣੀ ਭਾਸ਼ਾ ਹੈ, ਅਤੇ ਆਪਣੇ ਥਾਊਟਸ ਨੇ, ਠੀਕ ਹੈ ਜੀ। ਥਾਊਟਸ ਆਪਣੇ ਕਿਵੇਂ ਬਣਨਗੇ? ਜੇ ਆਪਣੇ ਕੋਲੇ ਵਰਡਸ ਹੋਣਗੇ, ਜੇ ਆਪਣੇ ਕੋਲੇ ਭਾਸ਼ਾ ਹੋਊ ਕੋਈ ਨਾ ਕੋਈ। ਬਿਨਾਂ ਭਾਸ਼ਾ ਤੋਂ ਆਪਾਂ ਕੁਛ ਸੋਚ ਹੀ ਨਹੀਂ ਸਕਦੇ। ਮਤਲਬ ਜੇ ਤੁਸੀਂ ਸੋਚੋਗੇ, ਇਮੈਜੀਨੇਸ਼ਨ ਕਰੋਗੇ, ਤਾਂ ਉਹ ਵੀ ਤੁਸੀਂ ਲੈਂਗੁਏਜ ਦੇ ਸਹਾਰੇ ਕਰੋਗੇ। ਤਾਂ ਇਹਦਾ ਇਹ ਮੰਨਣਾ ਸੀ ਵਾਈਗੋਸਕੀ ਦਾ। ਤਾਂ ਇਹ ਕਹਿੰਦਾ ਵੀ ਲੈਂਗੁਏਜ ਅਤੇ ਥਾਊਟਸ ਆਰ ਇੰਟਰਡਿਪੈਂਡੈਂਟ, ਇਹ ਇੱਕ ਦੂਸਰੇ 'ਤੇ ਨਿਰਭਰ ਨੇ ਜਾਂ ਇੱਕ ਦੂਸਰੇ ਨਾਲ ਸੰਬੰਧਿਤ ਨੇ, ਠੀਕ ਹੈ ਜੀ। ਤਾਂ ਇਹ ਕਿਹਨੇ ਕਿਹਾ ਸੀ? ਵਾਈਗੋਸਕੀ। ਤਾਂ ਇਹ ਸਾਰੀਆਂ ਸਟੇਟਮੈਂਟਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਅਗਲਾ ਜਿਹੜਾ ਪੁਆਇੰਟ ਹੈ ਮੋਰਲ ਡਿਵੈਲਪਮੈਂਟ, ਨੈਤਿਕ ਵਿਕਾਸ। ਨੈਤਿਕ ਵਿਕਾਸ ਦੀ ਗੱਲ ਕਿਹਨੇ ਕੀਤੀ ਹੈ? ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਕੀਤੀ ਹੈ ਉਹ ਤਾਂ ਕੀਤੀ ਹੈ ਕੋਹਲਬਰਗ ਨੇ। ਉਸ ਤੋਂ ਬਾਅਦ ਜੀਨ ਪਿਆਜ਼ੇ ਨੇ ਵੀ ਇਹਦੀ ਗੱਲ ਕੀਤੀ ਹੈ, ਠੀਕ ਹੈ ਜੀ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਬਾਏ ਚਾਂਸ ਤੁਹਾਨੂੰ ਕੋਹਲਬਰਗ ਆਪਸ਼ਨ ਦੇ ਵਿੱਚ ਨਾ ਹੋਵੇ ਅਤੇ ਉੱਧਰੋਂ ਜੀਨ ਪਿਆਜ਼ੇ ਤੁਹਾਨੂੰ ਆਪਸ਼ਨ ਦੇ ਵਿੱਚ ਆ ਜੇ, ਤਾਂ ਤੁਸੀਂ ਜੀਨ ਪਿਆਜ਼ੇ 'ਤੇ ਟਿਕ ਲਗਾਉਣਾ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਮੋਰਲ ਡਿਵੈਲਪਮੈਂਟ ਦੇ ਨਾਲ ਇਹ ਦੋਨੋਂ ਸੰਬੰਧਿਤ ਨੇ। ਹੇਨਜ਼ ਐਂਡ ਡਾਇਲੇਮਾ, ਇਸ ਇੱਕ ਸਟੋਰੀ ਹੈ ਹੇਨਜ਼ ਅਤੇ ਡਾਇਲਮਾ ਦੀ ਕਹਾਣੀ। ਇਹ ਆਪਾਂ ਨੂੰ ਕਿੱਥੇ ਮਿਲਦੀ ਹੈ, ਠੀਕ ਹੈ ਜੀ। ਤਾਂ ਇੱਕ ਪਤੀ ਪਤਨੀ ਦੀ ਕਹਾਣੀ ਹੈ ਹੇਨਜ਼ ਅਤੇ ਡਾਇਲਮਾ, ਠੀਕ ਹੈ। ਹੇਨਜ਼ ਮਤਲਬ ਇਹਦਾ ਡਾਇਲਮਾ ਦਾ ਪਤੀ ਹੁੰਦਾ ਹੈਗਾ। ਤਾਂ ਇਹ ਕਹਾਣੀ ਬਾਰੇ ਬੇਸ਼ੱਕ ਤੁਹਾਨੂੰ ਨਾ ਪਤਾ ਹੋਵੇ ਕਿ ਕਿਵੇਂ ਇਹ ਕਹਾਣੀ ਹੈ ਜਾਂ ਕੀ ਇਹ 'ਚ ਲਿਖਿਆ ਜਾਂ ਕੁਛ ਵੀ, ਉਹ ਪੜ੍ਹਨ ਦੀ ਤੁਹਾਨੂੰ ਜ਼ਰੂਰਤ ਨਹੀਂ, ਕਿਉਂਕਿ ਉੱਥੋਂ ਕੁਐਸਚਨ ਨਹੀਂ ਤੁਹਾਡਾ ਬਣਨਾ। ਜਿਹੜਾ ਤੁਹਾਡਾ ਕੁਐਸਚਨ ਬਣਨਾ ਹੈ ਉਹ ਇਹ ਬਣਨਾ ਹੈ ਕਿ ਜਿਹੜੀ ਇਹ ਸਟੋਰੀ ਹੈ ਇਹ ਤੁਹਾਨੂੰ ਕਿਹੜੀ ਥਿਊਰੀ ਦੇ ਵਿੱਚ ਮਿਲਦੀ ਹੈ।
ਤਾਂ ਇਹ ਮਿਲਦੀ ਹੈ ਤੁਹਾਨੂੰ ਕੋਹਲਬਰਗ ਦੀ ਥਿਊਰੀ ਦੇ ਵਿੱਚ ਮਿਲਦੀ ਹੈ। ਠੀਕ ਹੈ ਜੀ। ਤਾਂ ਕੋਹਲਬਰਗ ਦੀ ਜਿਹੜੀ ਥਿਊਰੀ ਹੈ, ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਹੈ ਕੋਹਲਬਰਗ ਦੀ, ਇਹਦੇ ਵਿੱਚ ਤੁਹਾਨੂੰ ਮਿਲਦੀ ਹੈ ਹੇਨਜ਼ ਤੇ ਡਾਇਲੇਮਾ ਦੀ ਸਟੋਰੀ। ਠੀਕ ਹੈ ਜੀ। ਇਹ ਤੁਹਾਨੂੰ ਬਸ ਇੰਨਾ ਕੁ ਪਤਾ ਹੋਣਾ ਚਾਹੀਦਾ। ਓਨਾ ਮਤਲਬ ਤੁਸੀਂ ਓਨਾ ਕੀ ਪੜ੍ਹਨਾ ਜਿੰਨਾ ਤੁਹਾਡੇ ਪੇਪਰ ਦੇ ਲਈ ਇੰਪੋਰਟੈਂਟ ਹੈ। ਜ਼ਿਆਦਾ ਓਵਰ ਪੜ੍ਹਨ ਦੀ ਲੋੜ ਨਹੀਂ, ਜ਼ਿਆਦਾ ਡੀਪਲੀ ਜਾਣ ਦੀ ਵੀ ਲੋੜ ਨਹੀਂ, ਕਿਉਂਕਿ ਪੇਪਰ ਜ਼ਿਆਦਾ ਟਫ ਨਹੀਂ ਆਉਂਦਾ, ਥੋੜ੍ਹਾ ਮੋਡਰੇਟ ਲੈਵਲ ਜ਼ਰੂਰ ਆ ਸਕਦਾ। ਠੀਕ ਹੈ ਜੀ। ਅਗਲਾ ਜਿਹੜਾ ਪੁਆਇੰਟ ਹੈ ਇਹਦੇ ਵਿੱਚ 3 ਵਰਡ ਨੇ, ਇਹ ਅਸਿਮੀਲੇਸ਼ਨ, ਅਕਮੋਡੇਸ਼ਨ ਤੇ ਇਕੁਲਿਬਰੀਅਮ। ਠੀਕ ਹੈ ਜੀ। ਇਕੁਲਿਬਰੀਅਮ, ਠੀਕ ਹੈ, ਹੋ ਸਕਦਾ ਮੇਰੀ ਪ੍ਰੋਨਾਂਸੀਏਸ਼ਨ ਹੈ ਜਿਹੜੀ ਉਹ ਗਲਤ ਹੋਵੇ, ਇਕੁਲਿਬਰੀਅਮ ਹੀ ਹੈ, ਮੇ ਵੀ ਇਹ ਇਕੁਲਿਬਰੀਅਮ ਇਹਨੂੰ ਵਰਡ ਆਪਾਂ ਬੋਲਦੇ ਹਾਂ। ਤਾਂ ਇਹ 3 ਜਿਹੜੇ ਵਰਡ ਹੈ, 3 ਥਿਊਰੀਜ਼ ਨੇ, ਆਪਾਂ ਨੂੰ ਕਿਹਨੇ ਦਿੱਤੀਆਂ ਨੇ? ਇਹ ਦਿੱਤੀਆਂ ਨੇ ਜੀਨ ਪਿਆਜ਼ੇ ਨੇ। ਇਹ ਕਾਹਦੇ ਨਾਲ ਸੰਬੰਧਿਤ ਨੇ? ਇਹ ਸੰਬੰਧਿਤ ਨੇ ਸਕੈਮਾਂ ਦੇ ਨਾਲ। ਠੀਕ ਹੈ ਜੀ। ਕਿਉਂਕਿ ਸਕੈਮਾਂ ਬਾਰੇ ਆਪਾਂ ਨੂੰ ਕਿਹਨੇ ਦੱਸਿਆ ਹੈਗਾ? ਆਪਾਂ ਨੂੰ ਜੀਨ ਪਿਆਜ਼ੇ ਨੇ ਦੱਸਿਆ। ਠੀਕ ਹੈ ਜੀ। ਸਕੈਮਾਂ ਬਾਰੇ, ਸਕੈਮਾਂ ਕੀ ਹੈ? ਪੈਕੇਟ ਇਨਫੋਰਮੇਸ਼ਨ, ਫੋਲਡਰ ਜਿਹੜੇ ਆਪਣੇ ਬਣਦੇ ਆ ਮਾਈਂਡ ਦੇ ਵਿੱਚ। ਠੀਕ ਹੈ ਜੀ। ਤਾਂ ਜਿਹੜੇ ਆਪਣੇ ਮਾਈਂਡ ਦੇ ਵਿੱਚ ਪੈਕੇਟ ਬਣਦੇ ਆ ਜਾਣਕਾਰੀ ਦੇ, ਜਿਹੜੇ ਆਪਾਂ ਅਲੱਗ-ਅਲੱਗ ਫੋਲਡਰ ਬਣਾ ਕੇ ਹੋਏ ਰੱਖੇ ਨੇ ਦਿਮਾਗ 'ਚ, ਉਹਨਾਂ ਨੂੰ ਇਹਨੇ ਮਤਲਬ ਇਹ ਵਰਡ ਦੇ ਵਿੱਚ ਡਿਸਕ੍ਰਾਈਬ ਕੀਤਾ ਹੈਗਾ। ਉਹਦੇ ਨਾਲ ਸੰਬੰਧਿਤ ਨੇ ਇਹ ਸਕੈਮਾਂ ਦੇ ਨਾਲ। ਤਾਂ ਸਕੈਮਾਂ ਵੀ ਆਪਾਂ ਨੂੰ ਜੀਨ ਪਿਆਜ਼ੇ ਨਹੀਂ ਦਿੱਤਾ। ਤਾਂ ਅਸਿਮੀਲੇਸ਼ਨ, ਅਕਮੋਡੇਸ਼ਨ ਤੇ ਇਕੁਲਿਬਰੀਅਮ। ਠੀਕ ਹੈ ਜੀ। ਇਹ 3 ਜਿਹੜੀਆਂ ਥਿਊਰੀਜ਼ ਨੇ ਇਹ ਕਿਹਦੀਆਂ ਨੇ? ਜੀਨ ਪਿਆਜ਼ੇ ਦੀਆਂ। ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ। ਤੁਹਾਨੂੰ ਇਹ ਵੀ ਤੁਹਾਨੂੰ ਪਤਾ ਹੈ ਕਿ ਇਹ ਬਹੁਤ ਵਾਰੀ ਆਈਆਂ ਨੇ ਪੇਪਰਾਂ ਦੇ ਵਿੱਚ, ਅਤੇ ਅੱਗੇ ਵੀ ਤੁਹਾਨੂੰ ਇਹ ਮਤਲਬ 99% ਆਪਾਂ ਕਹਿ ਸਕਦੇ ਹਾਂ ਕਿ ਇਹਦੇ ਚਾਂਸ ਨੇ ਆਉਣ ਦੇ। ਠੀਕ ਹੈ ਜੀ। ਤੁਸੀਂ ਯਾਦ ਰੱਖਣਾ ਹੈ। ਅਗਲਾ ਜਿਹੜਾ ਪੁਆਇੰਟ ਹੈ, ਟੇਕਿੰਗ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਇਨਫੋਰਮੇਸ਼ਨ ਇਜ਼ ਕਾਲਡ। ਪਹਿਲਾਂ ਤੋਂ ਮੌਜੂਦ ਜਾਣਕਾਰੀ ਵਿੱਚ ਨਵੀਂ ਜਾਣਕਾਰੀ ਜਮ੍ਹਾਂ ਕਰਨਾ। ਠੀਕ ਹੈ ਜੀ। ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਕਿਹਾ ਜਾਂਦਾ ਹੈ ਅਸਿਮੀਲੇਸ਼ਨ। ਠੀਕ ਹੈ ਜੀ। ਤਾਂ ਅਸਿਮੀਲੇਸ਼ਨ ਕਿਹਾ ਜਾਂਦਾ ਹੈ। ਇੱਕ ਤਾਂ ਆਪਣੇ ਕੋਲੇ ਪਹਿਲਾਂ ਤੋਂ ਮੌਜੂਦ ਜਾਣਕਾਰੀ ਹੈ, ਮਤਲਬ ਇੱਕ ਹੋਰ ਆਪਾਂ ਨਵੀਂ ਜਾਣਕਾਰੀ, ਇੱਕ ਨਵਾਂ ਫੋਲਡਰ ਐਡ ਕਰ ਰਹੇ ਹਾਂ, ਤਾਂ ਉਹਨੂੰ ਅਸਿਮੀਲੇਸ਼ਨ ਕਿਹਾ ਜਾਂਦਾ। ਠੀਕ ਹੈ ਜੀ। ਨਵੀਂ ਜਾਣਕਾਰੀ ਆਪਾਂ ਐਗਜ਼ਿਸਟਿੰਗ ਦੇ ਵਿੱਚ ਐਡ ਕਰ ਰਹੇ ਹਾਂ, ਉਹਨੂੰ ਕੀ ਕਿਹਾ ਜਾਂਦਾ? ਅਸਿਮੀਲੇਸ਼ਨ। ਐਨਹਾਂਸ ਦੀ ਨੌਲੇਜ। ਠੀਕ ਹੈ ਜੀ। ਜਾਣਕਾਰੀ ਨੂੰ ਵਧਾਉਣਾ। ਠੀਕ ਹੈ ਜੀ। ਤਾਂ ਪਹਿਲਾਂ ਆਪਾਂ ਬੱਚੇ ਨੂੰ ਜਿਹੜਾ ਆਪਾਂ ਕਹਿੰਦੇ ਹਾਂ ਕਿ ਖਿਡਾਉਣਾ ਹੈ, ਠੀਕ ਹੈ, ਆਪਾਂ ਉਹਨੂੰ ਮਤਲਬ ਆਪਾਂ ਝੂਠ ਬੋਲਦੇ ਰਹਿੰਦੇ ਹਾਂ ਜਾਂ ਉਹਨੂੰ ਕਹਿੰਦੇ ਰਹਿੰਦੇ ਕਿ ਇਹ ਜੇ ਛੋਟਾ ਜਹਾਜ਼ ਹੁੰਦਾ ਤਾਂ ਉਹਨੂੰ ਕਹਿ ਦਿੰਦੇ ਕਿ ਇਹ ਬਿੱਗ ਐਰੋਪਲੇਨ ਹੈ ਜਾਂ ਕੁਛ ਵੀ, ਮਤਲਬ ਇਹੋ ਜਿਹੀਆਂ ਜਿਹੜੀਆਂ ਆਪਾਂ ਐਗਜ਼ਾਮਪਲਸ ਦੇਖਦੇ ਹਾਂ। ਅਤੇ ਉਹਨੂੰ ਆਪਾਂ ਮਤਲਬ ਬੱਚਾ ਉਹਨੂੰ ਪਹਿਲਾਂ ਸਮਝ ਨਹੀਂ ਪਾਉਂਦਾ, ਬਟ ਜਦੋਂ ਉਹਦੀ ਨੌਲੇਜ ਹੈ ਜਿਹੜੀ ਉਹ ਐਨਹਾਂਸ ਹੋ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਕਿ ਰਿਐਲਿਟੀ ਕੀ ਹੈ, ਕਿ ਇਹ ਖਿਡਾਉਣਾ ਹੈਗਾ। ਠੀਕ ਹੈ। ਤਾਂ ਉਹਨੂੰ ਆਪਾਂ ਅਕਮੋਡੇਸ਼ਨ ਕਹਿੰਦੇ ਹਾਂ। ਜਦੋਂ ਉਹ ਸਮਝਣ ਲੱਗ ਜਾਂਦਾ ਸਾਰੀ ਚੀਜ਼ ਨੂੰ, ਉਹਨੂੰ ਅਕਮੋਡੇਸ਼ਨ ਕਹਿੰਦੇ ਹਾਂ। ਉਹਦੀ ਨੌਲੇਜ ਹੈ ਜਿਹੜੀ ਉਹ ਐਨਹਾਂਸ ਹੋ ਜਾਂਦੀ ਹੈ। ਐਗਜ਼ਿਸਟਿੰਗ 'ਚ ਨਹੀਂ ਇਹ ਹੈਗੀ, ਇਹ ਮਤਲਬ ਅਲੱਗ ਤੋਂ ਨੌਲੇਜ ਆਪਾਂ ਕਹਿ ਸਕਦੇ ਹਾਂ। ਜਿਹੜੀ ਐਗਜ਼ਿਸਟਿੰਗ ਦੇ ਵਿੱਚ ਆਊ ਉਹ ਅਸਿਮੀਲੇਸ਼ਨ ਆਊ। ਠੀਕ ਹੈ। ਇਹ ਅਕਮੋਡੇਸ਼ਨ ਹੈ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਕਿਹਦੀਆਂ ਥਿਊਰੀਜ਼ ਨੇ ਦਿੱਤੀਆਂ ਹੋਈਆਂ? ਇਹ ਜੀਨ ਪਿਆਜ਼ੇ ਦੀਆਂ। ਠੀਕ ਹੈ ਜੀ। ਤਾਂ ਜਿਹੜਾ ਬੈਲੈਂਸ ਕਰਨਾ, ਇਹ ਜਾਣਕਾਰੀ ਦੇ ਵਿੱਚ ਜਿਹੜਾ ਬੈਲੈਂਸ ਬਿਠਾਉਣਾ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਹੈ ਇਕੁਲਿਬਰੀਅਮ। ਠੀਕ ਹੈ ਜੀ। ਇਕੁਲਿਬਰੀਅਮ ਕਿਹਾ ਜਾਂਦਾ ਇਹਨੂੰ। ਜਾਣਕਾਰੀ ਦਾ ਸੰਤੁਲਨ ਬਣਾਉਣਾ, ਉਹਨੂੰ ਬੈਲੈਂਸ ਕਰਨਾ। ਬੈਲੈਂਸ ਨੂੰ ਕੀ ਕਿਹਾ ਜਾਂਦਾ ਹੈ? ਇਕੁਲਿਬਰੀਅਮ ਕਿਹਾ ਜਾਂਦਾ। ਠੀਕ ਹੈ ਜੀ। ਇਕੁਅਲ ਕਰਨਾ, ਇਕੁਅਲ ਕਰਨਾ ਇੱਥੋਂ ਵੀ ਤੁਸੀਂ ਯਾਦ ਕਰ ਸਕਦੇ ਹੋ ਕਿ ਜਾਣਕਾਰੀ ਨੂੰ ਇਕੁਅਲ ਕਰਨਾ। ਠੀਕ ਹੈ ਜੀ। ਇਕੁਲਿਬਰੀਅਮ ਕਰਨਾ, ਉਹਨੂੰ ਬੈਲੈਂਸ ਕਿਹਾ ਜਾਂਦਾ। ਅਗਲਾ ਜਿਹੜਾ ਤੁਹਾਡਾ ਪੁਆਇੰਟ ਹੈ ਉਹ ਹੈ ਮੋਡੀਫਿਕੇਸ਼ਨ ਆਫ ਬਿਹੇਵੀਅਰ। ਵਿਵਹਾਰ ਵਿੱਚ ਪਰਿਵਰਤਨ ਆਉਣਾ। ਤਾਂ ਵਿਵਹਾਰ 'ਚ ਤੁਹਾਡੇ ਪਰਿਵਰਤਨ ਕਦੋਂ ਆਉਂਦਾ? ਤਾਂ ਇਹ ਆਉਂਦਾ ਜਦੋਂ ਤੁਸੀਂ ਕੁਛ ਨਾ ਕੁਛ ਸਿੱਖਦੇ ਹੋ, ਲਰਨਿੰਗ ਕਿਹਾ ਜਾਂਦਾ। ਜਦੋਂ ਤੁਹਾਡਾ ਬਿਹੇਵ ਚੇਂਜ ਹੋ ਗਿਆ, ਤੁਹਾਡਾ ਜਿਹੜਾ ਬਿਹੇਵੀਅਰ ਹੈ ਉਹ ਬਦਲ ਗਿਆ, ਤਾਂ ਇਹਦਾ ਮਤਲਬ ਤੁਸੀਂ ਸਿੱਖ ਰਹੇ ਹੋ ਕੁਛ ਨਾ ਕੁਛ। ਠੀਕ ਹੈ। ਤਾਂ ਇਹਨੂੰ ਲਰਨਿੰਗ ਕਿਹਾ ਜਾਂਦਾ ਹੈ, ਮੋਡੀਫਿਕੇਸ਼ਨ ਆਫ ਬਿਹੇਵੀਅਰ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਫਾਦਰ ਆਫ ਐਜੂਕੇਸ਼ਨਲ ਥਿਊਰੀ। ਸਿੱਖਿਆ ਦੇ ਸਿਧਾਂਤ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ? ਥੋਰਨਡਾਈਕ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਫਾਦਰ ਆਫ ਐਜੂਕੇਸ਼ਨਲ ਥਿਊਰੀ, ਤਾਂ ਸਿੱਖਿਆ ਦੇ ਸਿਧਾਂਤ ਦਾ ਜਿਹੜਾ ਪਿਤਾਮਾ ਉਹ ਕਿਹਾ ਜਾਂਦਾ ਥੋਰਨਡਾਈਕ ਨੂੰ। ਠੀਕ ਹੈ ਜੀ। ਇਹੋ ਜਿਹਾ ਕੁਛ ਤੁਸੀਂ ਯਾਦ ਰੱਖਿਓ। ਆ ਜਿਹੜਾ ਫਾਦਰ ਪੁੱਛਿਆ ਜਾਂਦਾ ਕਿ ਫਾਦਰ ਆਫ ਇਹ, ਫਾਦਰ ਆਫ ਉਹ, ਹੈ ਨਾ, ਤਾਂ ਫਾਦਰ ਬਾਰੇ ਇਹ ਜ਼ਿਆਦਾ ਆਉਂਦੇ ਨੇ ਕੁਐਸਚਨ ਇਹੋ ਜਿਹੇ। ਤਾਂ ਇਹ ਤੁਸੀਂ ਜ਼ਰੂਰ ਨੋਟ ਆਊਟ ਕਰ ਲਿਓ। ਤਾਂ ਸਾਰੇ ਮਤਲਬ ਜਿੰਨੇ ਵੀ ਮੈਂ ਤੁਹਾਨੂੰ ਕਰਵਾ ਰਿਹਾ, ਇੱਕ ਵੀ ਫੈਕਟ ਨੂੰ ਮਿਸ ਨਾ ਕਰਿਓ। ਠੀਕ ਹੈ ਜੀ। ਲਾਸਟ ਤੱਕ ਦੇਖਿਆ ਕਰੋ ਹਰ ਇੱਕ ਵੀਡੀਓ ਨੂੰ, ਅਤੇ ਅੱਗੇ ਵੀ ਆਪਣੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ, ਤਾਂ ਤੁਸੀਂ ਦੇਖਦੇ ਰਹੋ। ਠੀਕ ਹੈ ਜੀ। ਤਾਂ ਜੇਕਰ ਤੁਸੀਂ ਆਪਣੀ SST ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਬੈਚ ਆਲਰੇਡੀ ਅਪਲੋਡ ਹੋ ਵੀ ਰਹੇ ਨੇ, ਅਤੇ ਪਹਿਲਾਂ ਤੋਂ ਵੀ ਅਪਲੋਡਡ ਨੇ। ਠੀਕ ਹੈ ਜੀ। ਤਾਂ ਅਪਲੋਡ ਜਿਹੜੇ ਹੋ ਰਹੇ ਨੇ ਉਹ ਹੈ ਮਿਡੀਵਲ ਹਿਸਟਰੀ ਦੇ, ਅਤੇ ਪਹਿਲਾਂ ਤੋਂ ਅਪਲੋਡਡ ਨੇ ਆਪਣੇ ਮਾਡਰਨ ਹਿਸਟਰੀ, ਜੋਗਰਾਫੀ ਅਤੇ ਜਿਹੜੀ ਪੋਲਿਟੀ ਹੈ। ਠੀਕ ਹੈ। ਮਾਡਰਨ ਹਿਸਟਰੀ ਦੇ ਆਪਣੇ ਆਪਾਂ ਲੈ ਕੇ ਆਵਾਂਗੇ ਹੋਰ ਵੀ ਬੈਚ, ਜਿਹੜੇ ਆਪਾਂ ਟੋਪਿਕ ਵਾਈਜ਼ ਲੈ ਕੇ ਆਵਾਂਗੇ। ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣੇ ਆ। ਅਗਲਾ ਜਿਹੜਾ ਪੁਆਇੰਟ ਹੈ, ਥਿਊਰੀ ਆਫ ਕਨੈਕਸ਼ਨਿਜ਼ਮ। ਠੀਕ ਹੈ ਜੀ। ਕਨੈਕਸ਼ਨਿਜ਼ਮ, ਥਿਊਰੀ ਆਫ ਕਨੈਕਸ਼ਨਿਜ਼ਮ
ਆਪਾਂ ਨੂੰ ਕਿਹਨੇ ਦਿੱਤੀ ਹੈ? ਸੰਪਰਕ ਦਾ ਸਿਧਾਂਤ, ਕਿ ਇੱਕ ਦੂਸਰੇ ਨਾਲ ਆਪਾਂ ਸੰਪਰਕ ਬਿਠਾਉਣਾ ਹੈ, ਤਾਂ ਇਹ ਦਿੱਤਾ ਆਪਾਂ ਨੂੰ ਥੋਰਨਡਾਈਕ ਨੇ। ਥਿਊਰੀ ਆਫ ਕਨੈਕਸ਼ਨਿਜ਼ਮ, ਠੀਕ ਹੈ ਜੀ, ਤਾਂ ਇਹ ਆਪਾਂ ਨੂੰ ਦਿੱਤਾ ਥੋਰਨਡਾਈਕ ਨੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਐਕਸਪੈਰੀਮੈਂਟ ਔਨ ਕੈਟ। ਹਾਂ, ਇਹ ਬਹੁਤ ਪੁੱਛਿਆ ਜਾਂਦਾ ਹੁੰਦਾ ਕਿ ਕਿਹੜੇ ਬੰਦੇ ਨੇ ਕਿਹੜੇ ਜਾਨਵਰ ਦੇ ਉੱਪਰ ਐਕਸਪੈਰੀਮੈਂਟ ਕੀਤਾ। ਐਕਸਪੈਰੀਮੈਂਟ ਇਹਨਾਂ ਨੇ ਕਾਹਦੇ ਕੀਤੇ ਸੀ? ਸਿੱਖਣ ਦੇ ਐਕਸਪੈਰੀਮੈਂਟ ਕੀਤੇ ਸੀ, ਕਿ ਜੇ ਇਨਸਾਨ ਦੇ ਵਾਂਗੂ ਜਾਨਵਰ ਵੀ ਸਿੱਖਦੇ ਨੇ, ਠੀਕ ਹੈ ਜੀ, ਤਾਂ ਉਹ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਸੀ। ਤਾਂ ਜਿਹੜਾ ਬਿੱਲੀ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ ਉਹ ਕੀਤਾ ਸੀ ਥੋਰਨਡਾਈਕ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਿੱਲੀ ਦੇ ਉੱਪਰ ਜਿਹੜਾ ਕੀਤਾ ਸੀ ਉਹ ਕੀਤਾ ਸੀ ਥੋਰਨਡਾਈਕ ਨੇ, ਅਤੇ ਕੁੱਤੇ ਦੇ ਉੱਪਰ ਕਿਹਨੇ ਕੀਤਾ ਸੀ? ਪਾਵਲੋਵ ਨੇ ਕੀਤਾ ਸੀ, ਠੀਕ ਹੈ ਜੀ, ਕਿ ਕੁੱਤੇ ਵੀ ਸਿੱਖਦੇ ਨੇ, ਬਿੱਲੀਆਂ ਵੀ ਸਿੱਖਦੀਆਂ ਨੇ। ਤਾਂ ਬਿੱਲੀ ਦੇ ਉੱਤੇ ਕੀਤਾ ਸੀ ਥੋਰਨਡਾਈਕ ਨੇ, ਅਤੇ ਡੌਗ ਦੇ ਉੱਤੇ ਕੀਤਾ ਸੀ ਪਾਵਲੋਵ ਨੇ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ ਇਹ, ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਇੱਕ ਵੀ ਆਪਾਂ ਫੈਕਟ ਤੁਹਾਡੇ ਲਈ ਫਾਲਤੂ ਨਹੀਂ ਲੈ ਕੇ ਆਵਾਂਗੇ, ਤੁਸੀਂ ਨੋਟ ਕਰ ਮਤਲਬ ਤੁਸੀਂ ਦੇਖ ਲਿਓ, ਚੈੱਕ ਕਰ ਲਿਓ, ਪੇਪਰ ਵੀ ਚੈੱਕ ਕਰ ਲਿਓ, ਠੀਕ ਹੈ ਜੀ, ਕਿ ਆਪਣੇ ਕਰਵਾਏ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੂਗਾ। ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼ ਅਤੇ ਲਾ ਆਫ ਰੈਡੀਨੈਸ। ਤਾਂ ਇਹ ਜਿਹੜੇ ਪ੍ਰਾਇਮਰੀ ਲਾ ਨੇ, ਠੀਕ ਹੈ ਜੀ, ਕਈ ਵਾਰੀ ਤੁਹਾਨੂੰ ਕੁਐਸਚਨ ਜ਼ਿਆਦਾ ਡੀਪਲੀ ਪੁੱਛ ਲੈਂਦੇ ਨੇ ਕਿ ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼ ਅਤੇ ਲਾ ਆਫ ਰੈਡੀਨੈਸ ਇਹ ਥੋਰਨਡਾਈਕ ਦੇ ਕਿਹੜੇ ਲਾ ਨੇ? ਪ੍ਰਾਇਮਰੀ ਨੇ ਕਿ ਸੈਕੰਡਰੀ ਨੇ? ਤਾਂ ਇਹ ਪ੍ਰਾਇਮਰੀ ਲਾ ਨੇ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਤਾਂ ਜਿਹੜੇ ਇਹ 3 ਲਾ ਨੇ ਇਹ ਪ੍ਰਾਇਮਰੀ ਲਾ ਨੇ, ਕਿਹਦੇ ਨੇ? ਇਹ ਥੋਰਨਡਾਈਕ ਦੇ ਦਿੱਤੇ ਹੋਏ ਲਾ ਨੇ, ਠੀਕ ਹੈ ਜੀ। ਤਾਂ ਇਹ ਤਾਂ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਪੁਆਇੰਟ ਹੈ ਲਾ ਆਫ ਮੈਂਟਲ ਸੈੱਟ, ਮਾਨਸਿਕ ਸੈੱਟ ਦਾ ਸਿਧਾਂਤ, ਇਹ ਵੀ ਆਪਾਂ ਨੂੰ ਥੋਰਨਡਾਈਕ ਨੇ ਦਿੱਤਾ। ਤਾਂ ਇਹ ਕਿਹੜਾ ਲਾ ਹੈਗਾ? ਇਹ ਤਾਂ ਸੈਕੰਡਰੀ ਲਾ ਹੈਗਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਪ੍ਰਾਇਮਰੀ ਅਤੇ ਸੈਕੰਡਰੀ ਦੋਨੋਂ ਲਾਜ਼ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਅਗਲਾ ਜਿਹੜਾ ਪੁਆਇੰਟ ਹੈ ਇਨਸਾਈਟ ਥਿਊਰੀ ਆਫ ਲਰਨਿੰਗ, ਸਿੱਖਣ ਦਾ ਅੰਤਰਸੂਝ ਸਿਧਾਂਤ, ਇਹ ਆਪਾਂ ਨੂੰ ਕਿਹਨੇ ਦਿੱਤਾ? ਇਨਸਾਈਟ ਥਿਊਰੀ ਆਫ ਲਰਨਿੰਗ, ਤਾਂ ਇਹ ਦਿੱਤਾ ਆਪਾਂ ਨੂੰ ਕੋਹਲਰ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਕੋਹਲਰ ਦਾ ਦਿੱਤਾ ਹੋਇਆ ਸਿਧਾਂਤ ਹੈ ਇਹ ਇਨਸਾਈਟ ਥਿਊਰੀ ਆਫ ਲਰਨਿੰਗ, ਠੀਕ ਹੈ ਜੀ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਫਾਦਰ ਆਫ ਗੈਸਟਾਲਟ। ਤਾਂ ਫਾਦਰ ਆਫ ਗੈਸਟਾਲਟ ਕਿਹਨੂੰ ਕਿਹਾ ਜਾਂਦਾ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫਾਦਰ ਆਫ ਗੈਸਟਾਲਟ ਕਿਹਾ ਜਾਂਦਾ ਹੈ ਮੈਕਸ ਵਰਥੀਮੈਨ ਨੂੰ ਕਿਹਾ ਜਾਂਦਾ। ਮੈਕਸ ਵਰਥੀਮੈਨ ਫਾਦਰ ਆਫ ਗੈਸਟਾਲਟ, ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਐਕਸਪੈਰੀਮੈਂਟ ਔਨ ਚਿੰਪੈਂਜ਼ੀ, ਚਿੰਪੈਂਜ਼ੀ ਦੇ ਉੱਤੇ ਵੀ ਐਕਸਪੈਰੀਮੈਂਟ ਹੋਇਆ ਹੈ, ਠੀਕ ਹੈ ਜੀ। ਇਹ ਕਿਹਨੇ ਕੀਤਾ? ਇਹ ਕੀਤਾ ਕੋਹਲਰ ਨੇ। ਕੋਹਲਰ ਨੇ ਕਾਹਤੇ ਐਕਸਪੈਰੀਮੈਂਟ ਕੀਤਾ? ਚਿੰਪੈਂਜ਼ੀ 'ਤੇ। ਅਤੇ ਇਹ ਤੁਹਾਨੂੰ ਐਕਸਪੈਰੀਮੈਂਟ ਪਤਾ ਹੋਣੇ ਚਾਹੀਦੇ ਨੇ। ਇਹ ਕੁਐਸਚਨ ਬਹੁਤ ਵਾਰੀ ਪੁੱਛੇ ਗਏ ਨੇ, ਠੀਕ ਹੈ ਜੀ। ਇਹ ਮੈਂ ਤਾਂ ਕਰਕੇ ਜਿੱਥੋਂ ਵੀ ਕੁਐਸਚਨ ਆਇਆ ਉਹ ਮੈਂ ਤੁਹਾਡੇ ਅੱਗੇ ਲੈ ਕੇ ਆਉਣਾ ਹੁੰਦਾ, ਕਿ ਜਿੱਥੋਂ ਕੁਐਸਚਨ ਬਣਦਾ ਹਰ ਵਾਰ ਬਣਦਾ, ਠੀਕ ਹੈ ਜੀ, ਮੋਸਟਲੀ ਚਾਂਸ ਹੁੰਦੇ ਨੇ ਬਣਨ ਦੇ। ਤਾਂ ਚਿੰਪੈਂਜ਼ੀ ਦੇ ਉੱਤੇ ਕੀਤਾ ਹੈਗਾ ਕੋਹਲਰ ਨੇ ਐਕਸਪੈਰੀਮੈਂਟ। ਅਗਲਾ ਜਿਹੜਾ ਪੁਆਇੰਟ ਹੈ ਲਾ ਆਫ ਸਿਮਿਲੈਰਿਟੀ, ਲਾ ਆਫ ਕੈਪੈਸਿਟੀ, ਸਮਾਨਤਾ ਦਾ ਸਿਧਾਂਤ ਅਤੇ ਸਮਰੱਥਾ ਦਾ ਸਿਧਾਂਤ। ਇਹ ਆਪਾਂ ਨੂੰ ਕਿਹਨੇ ਦਿੱਤੇ ਹੈ? ਸਮਾਨਤਾ ਦਾ ਅਤੇ ਸਮਰੱਥਾ ਦਾ, ਇਹ ਦਿੱਤੇ ਆਪਾਂ ਨੂੰ ਕੋਹਲਰ ਨੇ, ਠੀਕ ਹੈ ਜੀ। ਕੋਹਲਰ ਨੇ ਦੇ ਇਹ ਸਿਧਾਂਤ ਨੇ ਸਮਾਨਤਾ ਦਾ ਸਿਧਾਂਤ ਅਤੇ ਸਮਰੱਥਾ ਦਾ ਸਿਧਾਂਤ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣੇ ਆ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਹਾਇਰਾਰਕੀ ਥਿਊਰੀ ਆਫ ਲਰਨਿੰਗ। ਹਾਇਰਾਰਕੀ ਥਿਊਰੀ ਆਫ ਲਰਨਿੰਗ ਇਹ ਆਪਾਂ ਨੂੰ ਦਿੱਤਾ ਹੈ ਰੋਬਰਟ ਮਿਲਸ ਗੈਗਨ ਨੇ, ਠੀਕ ਹੈ ਜੀ, ਰੋਬਰਟ ਮਿਲਸ ਗੈਗਨ ਨੇ ਦਿੱਤਾ ਇਹ। ਤਾਂ ਹਾਇਰਾਰਕੀ ਦਾ ਕੀ ਮਤਲਬ ਹੈ? ਹਾਇਰਾਰਕੀ ਦਾ ਮਤਲਬ ਹੈ ਜਿਹੜਾ ਆਪਾਂ 1 2 3 4 ਆਪਾਂ ਇਸ ਤਰ੍ਹਾਂ ਲਾਉਣੇ ਹੁੰਦੇ ਹਾਂ, ਠੀਕ ਹੈ ਜੀ। ਹਾਇਰਾਰਕੀ ਦੇ ਵਿੱਚ ਕੋਈ ਵੀ ਚੀਜ਼ ਆਪਾਂ ਲਾਉਣੇ ਹੁੰਦੇ ਹਾਂ, ਇਹਨੂੰ ਕਿਹਾ ਜਾਂਦਾ ਹਾਇਰਾਰਕੀ, ਠੀਕ ਹੈ ਜੀ। ਤਾਂ ਹਾਇਰਾਰਕੀ ਹੁੰਦਾ ਵੀ ਮਤਲਬ ਉੱਪਰ ਤੋਂ ਨੀਚੇ ਵੱਲ, ਠੀਕ ਹੈ ਜੀ, ਡਿਸੈਂਡਿੰਗ ਅਸੈਂਡਿੰਗ ਆਰਡਰ ਦੇ ਵਿੱਚ ਲਗਾਉਣਾ, ਉਹਨੂੰ ਹਾਇਰਾਰਕੀ ਦੇ ਵਿੱਚ ਕਿਹਾ ਜਾਂਦਾ, ਠੀਕ ਹੈ ਜੀ, ਲਗਾਉਣਾ। ਤਾਂ ਹਾਇਰਾਰਕੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਆਪਾਂ ਨੂੰ ਜਿਹੜਾ ਸਿਧਾਂਤ ਆਪਾਂ ਨੂੰ ਦਿੱਤਾ ਇਹ ਕਿਹਨੇ ਦਿੱਤਾ? ਰੋਬਰਟ ਮਿਲਸ ਗੈਗਨ ਨੇ ਦਿੱਤਾ, ਠੀਕ ਹੈ ਜੀ। ਤਾਂ ਹਾਇਰਾਰਕੀ ਦੇ ਵਿੱਚ ਤੁਹਾਨੂੰ 2 ਪੁਆਇੰਟ ਹੋਰ ਪਤਾ ਹੋਣੇ ਚਾਹੀਦੇ ਨੇ। ਇੱਕ ਤਾਂ ਜਿਹੜਾ ਹਾਇਰਾਰਕੀ ਦਾ ਡਾਊਨ ਪੁਆਇੰਟ ਹੈ, ਜਿਹਨੂੰ ਆਪਾਂ ਲੋਅ ਪੁਆਇੰਟ ਕਹਿੰਦੇ ਹਾਂ, ਠੀਕ ਹੈ ਜੀ, ਜਮਾਂ ਲੋਅ 'ਤੇ ਜਿਹੜਾ ਪੁਆਇੰਟ ਹੈ ਉਹ ਸਿਗਨਲ ਥਿਊਰੀ ਹੈ, ਠੀਕ ਹੈ ਜੀ। ਸਿਗਨਲ ਦੇ ਅਕੋਰਡਿੰਗ ਉਹਨੂੰ ਕਿਹਾ ਜਾਂਦਾ ਸਿਗਨਲ ਥਿਊਰੀ। ਕਈ ਵਾਰੀ ਤੁਹਾਨੂੰ ਜ਼ਿਆਦਾ ਡੀਪਲੀ ਪੁੱਛ ਲੈਂਦੇ ਨੇ, ਤੁਹਾਨੂੰ ਸਿਗਨਲ ਥਿਊਰੀ ਜਮਾਂ ਲੋਅ 'ਤੇ ਹੈ, ਮਤਲਬ ਜਿਹੜਾ ਆਪਣਾ ਡਾਊਨ ਆਪਾਂ ਕਹਿ ਸਕਦੇ ਹਾਂ, ਡਾਊਨ 'ਤੇ, ਠੀਕ ਹੈ ਜੀ। ਜਿਹੜਾ ਹਾਈ 'ਤੇ ਹੈ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਤਾਂ ਆਪਾਂ ਦੇਖਿਆ ਕਿ ਇਹ ਲੋਅ 'ਤੇ ਹੁੰਦਾ, ਠੀਕ ਹੈ ਜੀ, ਰੋਬਰਟ ਮਿਲਸ ਗੈਗਨ ਦਾ ਦਿੱਤਾ ਹੋਇਆ। ਤਾਂ ਜਿਹੜਾ ਹਾਈ 'ਤੇ ਹੁੰਦਾ ਉਹ ਹੁੰਦਾ ਪ੍ਰੋਬਲਮ ਸੋਲਵਿੰਗ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਜਿਹੜਾ ਲੋਅ 'ਤੇ ਹੈ ਉਹ ਤਾਂ ਹੈਗਾ ਸਿਗਨਲ, ਠੀਕ ਹੈ ਜੀ। ਸਿਗਨਲ ਥਿਊਰੀ ਹੈ ਜਿਹੜਾ ਆਪਣਾ ਮਤਲਬ ਲੋਅ ਲੈਵਲ 'ਤੇ ਆ ਜਾਂਦਾ, ਅਤੇ ਜਿਹੜਾ ਹਾਈ 'ਤੇ ਆਉਂਦਾ ਉਹ ਹੈਗਾ ਪ੍ਰੋਬਲਮ ਸੋਲਵਿੰਗ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਇੱਕ ਹਾਇਰਾਰਕੀ ਹੈ,
ਠੀਕ ਹੈ ਜੀ। ਤਾਂ ਹਾਈ ਤੇ ਮਤਲਬ ਪ੍ਰੋਬਲਮ ਸੋਲਵਿੰਗ, ਮਤਲਬ ਜਦੋਂ ਆਪਾਂ ਪ੍ਰੋਬਲਮ ਨੂੰ ਆਪਾਂ ਰਿਸਰਚ ਕਰਨ ਲੱਗਦੇ ਹਾਂ, ਪ੍ਰੋਬਲਮ ਨੂੰ ਸੋਲਵ ਕਰਦੇ ਹਾਂ, ਠੀਕ ਹੈ, ਤਾਂ ਉਹ ਆਪਣਾ ਹਾਈ ਤੇ ਆ ਜਾਂਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਹਾਇਰਾਰਕੀ ਥਿਊਰੀ ਦੇ ਵਿੱਚ ਆਉਂਦਾ ਹੈ। ਤਾਂ ਇਹ ਕਿਹਨੇ ਦਿੱਤੀ ਹੋਈ ਹੈ? ਰੋਬਰਟ ਮਿਲਸ ਗੈਗਨ ਦੀ ਦਿੱਤੀ ਹੋਈ ਥਿਊਰੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅੱਜ ਦਾ ਜਿਹੜਾ ਆਪਣਾ ਲਾਸਟ ਪੁਆਇੰਟ ਹੈ ਉਹ ਹੈ ਕੰਡੀਸ਼ਨਿੰਗ ਥਿਊਰੀ ਆਫ ਲਰਨਿੰਗ। ਤਾਂ ਇਹ ਆਪਾਂ ਨੂੰ ਦਿੱਤੀ ਹੈ, ਇਹ ਵੀ ਆਪਾਂ ਨੂੰ ਰੋਬਰਟ ਮਿਲਸ ਗੈਗਨ ਨੇ ਦਿੱਤੀ ਹੈ, ਠੀਕ ਹੈ ਜੀ। ਤਾਂ ਕੰਡੀਸ਼ਨਿੰਗ ਮਤਲਬ ਕਿਸੇ ਕੰਡੀਸ਼ਨ ਦੇ ਵਿੱਚ, ਠੀਕ ਹੈ ਜੀ, ਕਿਸੇ ਸਿਚੁਏਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਤਾਂ ਉੱਥੇ ਆਪਾਂ ਸਿੱਖਣਾ, ਆਪਾਂ ਕਿਵੇਂ ਸਿੱਖਦੇ ਹਾਂ, ਤਾਂ ਉਹ ਵੀ ਆਪਾਂ ਨੂੰ ਰੋਬਰਟ ਮਿਲਸ ਗੈਗਨ ਨੇ ਦਿੱਤੀ ਹੈ ਥਿਊਰੀ। ਤਾਂ ਇਹ ਆਪਣੇ ਅੱਜ ਦੇ ਜਿਹੜੇ ਪੁਆਇੰਟ ਹੈ ਉਹ ਆਪਾਂ ਸਾਰੇ ਕਰ ਲਏ, ਠੀਕ ਹੈ ਜੀ। ਇਹਨੂੰ ਤੁਸੀਂ 2-3 ਵਾਰ ਰਿਵਾਈਜ਼ ਜ਼ਰੂਰ ਕਰ ਲਿਓ, ਕਿਉਂਕਿ ਇਹ ਸਾਰੇ ਬਹੁਤ ਇੰਪੋਰਟੈਂਟ ਨੇ। ਅਤੇ ਇਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਕਲਾਸਿਸ ਨੇ ਉਹ ਵੀ ਤੁਸੀਂ 2 ਜਿਹੜੀਆਂ ਆਪਾਂ ਅਪਲੋਡ ਕੀਤੀਆਂ ਨੇ ਉਹ ਵੀ ਤੁਸੀਂ ਲਗਾਇਓ। ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ, ਉੱਥੋਂ ਜਾ ਕੇ ਤੁਸੀਂ ਲਗਾ ਸਕਦੇ ਹੋ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ, ਤਾਂ ਇੱਕ ਵੀ ਕਲਾਸ ਤੁਸੀਂ ਮਿਸ ਨਾ ਕਰਿਓ, ਤੁਹਾਨੂੰ ਬਹੁਤ ਫਾਇਦਾ ਦਿਓ ਇਹ PS ਟੈਟ ਦੇ ਪੇਪਰ ਦੇ ਵਿੱਚ, ਠੀਕ ਹੈ ਜੀ। ਤਾਂ ਅੱਜ ਦੇ ਲਈ ਆਪਾਂ ਜਿਹੜੀ ਆਪਣੀ ਵੀਡੀਓ ਹੈ ਉਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।